अगर गर्मियां ने तो तेल देना वे, तेल दे विच तकरीबन 10 किलो तेल है, 10 किलो नींबू लै आने ने, ओहदा रस कढ़ के ते विच पा लेना वे। बकरियां दे जेड़े बहाने ने या थन ने साड़ू है या किसी किस्म का कोई मसला वे, वो अलहमदुलिल्लाह बिल्कुल क्लीयर हो जाएगा। साल दे विच 12 महीने ने, सिर्फ 12 बकरियां होण ज़्यादा नहीं, 13 कर लो। एक बकरी दे जा जेड़े ने अल्लाह ताला दे राह वे दिओ, लेली होवे किसी माड़े बंदे नूं साल बाद सदका दिओ, और जेड़ा लेला होवे खुद कुर्बानी करो। ते जेड़ा 12 बकरियां तुहाडे कोल बचण दियां, ਉਹਨਾਂ ਦਾ ਤੁਸੀਂ ਵੇਚ ਕੇ ਆਪਣੇ ਘਰ ਦਾ ਬਿਹਤਰੀਨ ਸਰਕਲ ਚਲਾਓ ਦੇ ਤਕਰੀਬਨ 50 ਤੋਂ 60 ਹਜ਼ਾਰ ਰੁਪਇਆ ਤੁਹਾਡੀ ਮਹੀਨੇ ਦੀ ਐਵਰੇਜ ਹੋਵੇਗੀ। ਤੇ ਉਂਝ ਮੌਲਾ ਅਲੀ ਪਾਕ ਦਾ ਫਰਮਾਨ ਹੈ, ਜਿਸ ਬੰਦੇ ਕੋਲ 21 ਬੱਕਰੀਆਂ ਨੇ ਉਹ ਕਦੀ ਵੀ ਭੁੱਖਾ ਨਹੀਂ ਮਰ ਸਕਦਾ। ਇਹਨਾਂ ਨੂੰ ਕਿੱਕਰ ਔਰ ਬੇਰੀ ਪਾਈ ਦੀ ਹੈ ਤਾਂ ਕਿ ਪਿਸ਼ਾਬ ਜ਼ਿਆਦਾ ਨਾ ਕਰਨ, ਵਾੜਾ ਖੁਸ਼ਕ ਰਵੇ, ਇਹਨਾਂ ਨੂੰ ਸਰਦੀ ਕੋਈ ਨਹੀਂ ਲੱਗਦੀ, ਭਾਵੇਂ ਪੋਹ ਦੇ ਵਿੱਚ ਹੀ ਬਾਹਰ ਬੈਠੀਆਂ ਰਹਿਣ। ਵਾਹ ਵਾਸੇ ਅਗਰ ਚਰਬੀ ਹੁੰਦੀ ਹੋਵੇ ਜਾਂ ਖੂਨ ਹੁੰਦਾ ਹੋਵੇ, ਜੀ सिरप देना है ते नाल है टीका लाना है 2 सीसी। अस्सलाम वालेकुम। वालेकुम सलाम व रहमतुल्लाहि व बरकातहू। सर की हाल है? जी अल्हम्दुलिल्लाह। जनाब दा की नाम है? मेरा नाम मोहम्मद रजवान चिश्ती साहब। मोहम्मद रजवान साहब किस इलाके तो तलक है? साडा गुजरात शहर। सर बकरियां दा काम किन्ने अरसे तो करदे हो पे ते इस काम दा आगाज किंज कीता सी? ਅਸੀਂ ਭਾਈਜਾਨ ਜਿੱਦੋਂ ਦੀ ਹੋਸ਼ ਸੰਭੀ ਹੈ 1-2 ਬੱਕਰੀ ਰਹੀ ਸੀ ਤੇ ਹੁਣ ਸਾਨੂੰ ਸ਼ੌਕ ਪੈਦਾ ਹੈ, ਤਕਰੀਬਨ 3 ਸਾਲ ਹੋ ਗਏ। ਅਸਾਂ ਬੱਕਰੀਆਂ ਜ਼ਿਆਦਾ ਕਰ ਲਈਆਂ ਨੇ ਤੇ ਮੇਰਾ ਇੱਕ ਭਾਈ ਬਾਹਰ ਹੁੰਦਾ ਵੇ, ਉਹਨੇ ਸਾਨੂੰ ਵਾੜਾ ਖਰੀਦ ਕੇ ਦਿੱਤਾ ਹੈ। भाई जान हो जरा सामने तुसी भाई दी सपोर्ट की है ना भाई जी है भाईजान। वालेकुम सलाम प्यारे भाई की हाल है? ठीक हो जी, अल्लाह पाक दा शुक्र है। अच्छा भाई ने हेल्प की है जी ना, वाड़ा अल्हम्दुलिल्लाह खरीद के दिता है, तकरीबन 16-18 लाख रुपया लाया माशाअल्लाह। चलो जी सर सुन्नत काम है ओदे च इना भी समझो कि हिस्सा पाया, अल्लाह दी जात इन्हां दे कारोबार च भी बरकत अता फरमाए। आमीन आमीन। ਤੇ ਸਰ ਦੋਸਤਾਂ ਨੂੰ ਦੱਸੋ ਹਾਂ ਕਿ ਤੁਸੀਂ ਪਹਿਲੇ ਛੋਟੇ ਪੈਮਾਨੇ ਤੇ ਕੰਮ ਕਰਦੇ ਸੀ, ਹੁਣ ਮਾਸ਼ਾਅੱਲਾ ਕਾਫੀ ਰੌਣਕ ਲੱਗੀ ਏ, ਕਾਫੀ ਜ਼ਿਆਦਾ ਜਾਨਵਰ ਨੇ ਤੁਹਾਡੇ ਕੋਲ। ਮੈਂ ਭਾਈਜਾਨ ਪਹਿਲਾਂ ਫਰੂਟ ਦਾ ਕੰਮ ਇੱਥੇ ਕਰਦਾ ਸੀ ਜੇ, ਤੇ ਇੱਕ ਬੱਕਰੀ ਬਣਾਈ ਹੈ, ਹੁਣ ਮਾਸ਼ਾਅੱਲਾ ਮੇਰੇ ਕੋਲ 35 ਤੋਂ 40 ਜਾਨਵਰ ਹੋ ਚੁੱਕੇ ਨੇ ਤੇ ਬੱਕਰੀਆਂ ਵਕਤ ਤੱਕ ਸੁੰਦੀਆਂ ਜਾ ਰਹੀਆਂ ਨੇ, ਫਿਰ ਵੰਨ ਹੁੰਦੀਆਂ ਜਾ ਰਹੀਆਂ ਨੇ ਤੇ ਇਹਨਾਂ ਦੀ ਮਾਸ਼ਾਅੱਲਾ ਬਿਮਾਰੀ ਦੇ ਮੁਤਲਕ ਵੀ ਬੜੀ ਮਾਲੂਮਾਤ ਦਾ ਪਤਾ ਲੱਗਾ ਔਰ ਅਲਹਮਦੁਲਿल्लाह 1 ਜਾਂ 2 ਟੀਕਾ ਲਾਣਾ ਪੈਂਦਾ ਵੇ, ਉਸ ਤੋਂ ਬਾਅਦ ਬਿਲਕੁਲ ਕਲੀਅਰ ਹੋ ਜਾਂਦੀਆਂ ਨੇ। ਜ਼ਿੰਦਾਬਾਦ। ਦੋਸਤਾਂ ਨੂੰ ਸਾਰਾ ਉਹਨਾਂ ਦੀ ਬਿਮਾਰੀ ਦੇ ਮੁਤਲਕ ਦੱਸੋ, ਇਹ ਕਿਹੜਾ ਟੀਕਾ ਕਿਹੜੇ ਮਕਸਦ ਵਾਸਤੇ ਲਾਉਂਦੇ ਹੋ, ਸਾਰੀ ਇਨਫੋਰਮੇਸ਼ਨ ਦਿਓ ਭਾਈਜਾਨ। ਪਹਿਲੀ ਗੱਲ ਇਹ ਵੇ ਜਿੱਦੋਂ ਬੱਕਰੀ ਨੂੰ 3 ਮਹੀਨੇ ਹੋ ਜਾਣ ਬਣਿਆ, ਬੱਕਰੀ ਨੂੰ ਮੌਸਮ ਦੇ ਮੁਤਾਬਕ ਜਾਂ ਤੇਲ ਦੇਣਾ ਵੇ ਜਾਂ ਘਿਓ ਦੇਣਾ ਵੇ ਜੀ, ਠੀਕ ਹੈ ਠੀਕ ਹੈ। अगर गर्मियां ने तो तेल देना वे, तेल दे विच तकरीबन 10 किलो तेल है, 10 किलो नींबू लै आने ने, ओहदा रस कढ़ के ते विच पा लेना वे। बकरियां दे जेड़े बहाने ने या थन ने साड़ू है या किसी किस्म का कोई मसला वे, वो अल्हम्दुलिल्लाह बिल्कुल क्लीयर हो जाएगा। अगर सर्दियां का मौसम है फिर इन्हां तुसां घिओ देना वे, जदों 3 महीने लंघ जाने ने बकरी नूं बने आ ते नाल दाणे कणक पानी है। ਉਸ ਤੋਂ ਬਾਅਦ ਜਦੋਂ ਅਲਹਮਦੁਲਿल्लाह ਸੂਪ ਹੋਵੇ ਦੀ ਸਰਦੀਆਂ ਦੇ ਵਿੱਚ ਗੁੜ ਤੇ ਜਵੈਣ ਇਹਨਾਂ ਨੂੰ ਦੇਣੀ ਹੈ, ਇਹ ਰੱਤ ਵੀ ਜ਼ਿਆਦਾ ਸੱਟਣ ਦੀਆਂ, ਉਸ ਤੋਂ ਬਾਅਦ ਦੁੱਧ ਵੀ ਜ਼ਿਆਦਾ ਦੇਣ ਦੀਆਂ, ਨਾਲ ਇਹਨਾਂ ਨੂੰ ਕਣਕ ਵੀ ਪਾਣੀ ਹੈ ਰੱਜ, ਤਕਰੀਬਨ ਅੱਧਾ ਕਿਲੋ ਕਣਕ। ਨਿੱਕੀ ਬੱਕਰੀ ਨੂੰ ਵੱਡੀ ਨੂੰ ਕਿਲੋ ਵੀ ਪਾ ਲੈਣੀ ਹੈ, 2 ਕਿਲੋ ਵੀ ਪਾ ਲੈਣੀ ਮਾਸ਼ਾਅੱਲਾ। ਤੇ ਇਹ ਦੁੱਧ ਦੇਣ ਦੀਆਂ ਮਹੀਨੇ 2 ਮਹੀਨਿਆਂ ਦਾ ਬੱਚਾ ਕਾਫੀ ਜ਼ਿਆਦਾ ਵੱਡਾ ਹੋ ਜਾਏਗਾ ਦੁੱਧ ਪੀ ਪੀ ਕੇ। ਇਸ ਤੋਂ ਇਲਾਵਾ ਬੱਚਾ ਨਾ ਮੋਟਾ ਹੋਏਦਾ ਨਾ ਵੱਡਾ ਹੋਏਦਾ ਦੁੱਧ ਤੋਂ ਬਗੈਰ। सर तुसी जिक्र किया कि सर्दी च गर्मी च जिहड़ी बकरी सून वाली है उन्होंने तेल देना है सरों दा ते ओहदे च नींबूआं दा जिहड़ा रस है वो शामिल कर लेना है ते सर्दी विच सिर्फ घिओ ही देना है ते नाल दाने घिओ विच दुध रला लेना है ते माड़ा जिहा कोसा होवे, बहुता गर्म ना होवे तां कि दंद ना डिग पैण। ठीक है। ਤੇ ਇਸ ਤੋਂ ਇਲਾਵਾ ਸਰ ਜਿਹੜੇ ਤੁਸੀਂ ਕੁਝ ਜਿਹੜੇ ਇੰਜੈਕਸ਼ਨ ਨੇ ਜੀ ਜੀ ਇਹਨਾਂ ਦੇ ਮੁਤਲਕ ਵੀ ਇਨਫੋਰਮੇਸ਼ਨ ਦੇਣੀ ਹੈ ਦੋਸਤਾਂ ਨੂੰ ਵੀ ਦੱਸੋ ਇੱਕ ਇੱਕ ਕਰਕੇ। ਅੱਛਾ ਭਾਈਜਾਨ, ਜਿਹੜੀ ਹੁੰਦੀ ਹੈ ਨਾ ਵਾਹ ਰਿੱਟ ਜਿਹਨੂੰ ਆਂਦੇ ਨੇ, ਅਗਰ ਬੱਕਰੀ ਨੂੰ ਲੱਗ ਜਾਏ ਚਾਹੇ ਕੋਈ ਵੀ ਮੌਸਮ ਹੋਵੇ, ਗਰਮੀ ਦਾ ਹੋਵੇ ਚਾਹੇ ਸਰਦੀ ਦਾ ਹੋਵੇ, ਠੀਕ ਹੈ, ਇਹ ਸਿਰਪ ਹੈ, ਠੀਕ ਹੈ, ਸਕੋਰ ਸਲਫਾ। ठीक है। लो जी दोस्तों चेक कर लो जी, वाह वास्ते वे ना, वाह वास्ते अगर चर्बी होंदी होवे या खून होंदा होवे जी जी,
ਇਹ ਸਿਰਫ ਦੇਣਾ ਹੈ ਤੇ ਨਾਲ ਇਹ ਟੀਕਾ ਲਾਣਾ 2 ਸੀਸੀ ਵੱਡੀ ਬੱਕਰੀ ਨੂੰ। ਠੀਕ ਹੈ 3 ਸੀਸੀ ਲਾ ਲਓ ਭਾਵੇਂ, ਇਹ ਟੀਕਾ ਜੇ ਚਾਹੇ ਸਰਦੀ ਚਾਹੇ ਗਰਮੀ ਹੈ। ਚਾਹੇ ਗਰਮੀ। ਅਲਹਮਦੁਲਿਲਾ ਅੱਲਾ ਦੇ ਫਜ਼ਲ ਦੇ ਨਾਲ ਵਾਹ ਜਿਹੜੀ ਬਿਲਕੁਲ ਖਤਮ ਹੋ ਜੇ ਦੀ। ਠੀਕ ਹੈ ਅੱਗੂ ਸਰ ਦੱਸੋ ਜੀ। ਫਿਰ ਭਾਈਜਾਨ ਇਹ 2 ਟੀਕੇ ਵੀ ਘਰ, ਇੱਕ ਸਿਰਪ ਹੈ, ਇਹ ਸਾਹਮਣੇ ਕਰੋ ਸਰ। ਇਹ ਇੱਕ ਟੀਕਾ ਜੇ ਜੀ ਰੇਜ਼ੋਮਾਈਸੀ। ਠੀਕ ਹੈ ਇਹ ਘਰ ਹੋਣਾ ਬਹੁਤ ਜ਼ਰੂਰੀ ਹੈ। ਕਿਸ ਮਕਸਦ ਵਾਸਤੇ? ਅਗਰ ਬੱਕਰੀ ਨੂੰ ਕੋਈ ਸ਼ਾਇਦ ਜਵਾਰ ਲੜ ਜੇ ਜਾਂ ਬੱਚੇ ਦੁੱਧ ਨਾ ਪੀਣ, ਬੱਚਿਆਂ ਨੂੰ ਪੇਟ ਵਿੱਚ ਦਰਦ ਸ਼ੁਰੂ ਹੋ ਜੇ, ਇਹ ਤੁਸੀਂ ਪਿਆ ਸਕਦੇ ਹੋ ਸਿਰਿੰਜ ਦੇ ਨਾਲ। ਅਗਰ ਅੱਖਾਂ ਦੇ ਵਿੱਚ ਬੱਗਾ ਆ ਜੇ, ਇਹ ਅੱਖਾਂ ਦੇ ਵਿੱਚ ਸਪਰੇਅ ਕਰ ਸਕਦੇ ਹੋ। ਖੁਰ ਖਰਾਬ ਹੋਏ ਹੋਣ, ਖੁਰ ਦੇ ਵਿੱਚ ਇਹ ਸਪਰੇਅ ਕਰ ਸਕਦੇ ਹੋ। ਬੱਚੇ ਦੁੱਧ ਨਾ ਪੀਂਦੇ ਹੋਣ, ਬੱਚਿਆਂ ਨੂੰ ਇਹ ਭਰ ਕੇ ਪਿਆਣਾ ਜੇ, ਬੱਚੇ ਇਨਸ਼ਾਅੱਲਾ ਤਾਲਾ ਦੁੱਧ ਪੀਣ ਲੱਗ ਪੈਣਗੇ। ਯਾਨੀ ਕਿ ਇਹ ਜਿਹੜਾ ਟੀਕਾ ਤੁਸੀਂ ਦੱਸਦੇ ਹੋ ਇਹਦੇ ਕਾਫੀ ਜ਼ਿਆਦਾ ਮਕਸਦ ਨੇ। ਜਾਂ ਇਹਦੇ ਕਾਫੀ ਜ਼ਿਆਦਾ ਇਹਦੇ ਫਾਇਦੇ ਨੇ। ਠੀਕ, ਕਾਫੀ ਬਿਮਾਰੀਆਂ ਦੇ ਕੰਮ ਹੁੰਦੇ ਨੇ। ਠੀਕ ਹੈ। ਉਸ ਤੋਂ ਬਾਅਦ ਭਾਈਜਾਨ ਲੋਕ ਖੁਰਾਂ ਦੀ ਵਜ੍ਹਾ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਨੇ। ਬੱਕਰੀਆਂ ਦੇ ਖੁਰ ਖਰਾਬ ਹੋ ਜਾਂਦੇ ਨੇ, ਜਾਂ ਬੱਕਰੀਆਂ ਸੁੰਦੀਆਂ ਨੇ, ਇਹਨਾਂ ਦੇ ਥਣਾਂ ਦੇ ਵਿੱਚ ਲੋਹ ਪੈ ਜਾਂਦੀ ਹੈ, ਜਾਂ ਬੱਕਰੀਆਂ ਨੂੰ ਚੰਦਰੀ ਜਾਂ ਸਾੜੂ ਪੈ ਜਾਂਦਾ ਹੈ। ਠੀਕ ਹੈ। ਜਾਂ ਬੱਦਲ ਜਦੋਂ ਵਸਿਆ ਹੋਵੇ ਉਦੋਂ ਕੋਈ ਘਾਹ ਵਗੈਰਾ ਖਾਣ, ਜਿਹਦੀ ਵਜ੍ਹਾ ਨਾਲ ਠੰਡੀਆਂ ਨਿਕਲ ਆਉਂਦੀਆਂ ਨੇ ਮੂੰਹ ਦੇ ਉੱਤੇ, ਮੂੰਹ ਪੱਕ ਜਾਂਦਾ ਵੇ। ਇਹ ਟੀਕਾ ਇਸਤੇਮਾਲ ਕਰੋ, ਇਨਸ਼ਾਅੱਲਾ ਤਾਲਾ ਜਿਹੜਾ ਖੁਰ ਦੇ ਵਿੱਚ ਜ਼ਖਮ ਹੋਣ ਦੇ ਉਹ ਇਨਸ਼ਾਅੱਲਾ 1 ਜਾਂ 2 ਲਾਣ ਨਾਲ ਬਿਲਕੁਲ ਖੁਰ ਕਲੀਅਰ ਹੋ ਜਾਣਗੇ ਮਾਸ਼ਾਅੱਲਾ। ਠੀਕ ਹੈ। ਉਸ ਤੋਂ ਬਾਅਦ ਇਹ ਟੀਕਾ ਵੇ, ਅਗਰ ਬੱਕਰੀਆਂ ਨੂੰ ਬੁਖਾਰ ਚੜੇ ਆਵੇ ਜਾਂ ਨਮੂਨੀਆ ਹੋਇਆ ਆਵੇ ਜਾਂ ਖੰਘ ਰੇਸ਼ਾ ਵੇ, ਉਸ ਤੋਂ ਬਾਅਦ ਜਾਂ ਬੁਖਾਰ ਹੈ, ਇਹ ਕਾਫੀ ਮਰਜ਼ਾਂ ਵਾਸਤੇ ਉੱਤੇ ਲਿਖਿਆ ਵੀ ਹੈ। ਇਹ ਤੁਸੀਂ 2 ਦਿਨ ਲਾਓ। ਇਹ ਜਿੰਨੇ ਮੈਂ ਟੀਕੇ ਦੱਸੇ ਨੇ ਸਿਰਫ 2-2 ਦਿਨ ਕਰਨੇ ਨੇ, ਕੋਈ ਹਫਤੇ ਦਾ ਕੋਰਸ ਨਹੀਂ। ਇਨਸ਼ਾਅੱਲਾ ਸਾਰੀਆਂ ਬਿਮਾਰੀਆਂ ਕਲੀਅਰ ਹੋ ਜਾਣੀਆਂ ਨੇ। ਠੀਕ ਹੈ ਮਾਸ਼ਾਅੱਲਾ ਸਰ, ਤੁਸੀਂ ਬੜੀ ਅੱਛੀ ਇਨਫੋਰਮੇਸ਼ਨ ਦਿੱਤੀ ਹੈ ਜੀ। ਯਾਨੀ ਕਿ ਇਹ ਜਿਹੜੇ ਇੰਜੈਕਸ਼ਨ ਤੁਸੀਂ ਦੱਸੇ ਨੇ ਇਹ ਅਜ਼ਮੂਦਾ ਨੇ ਤੁਸੀਂ ਅਜ਼ਮਾਏ ਨੇ? ਬਿਲਕੁਲ ਅਜ਼ਮਾਏ ਨੇ, ਜ਼ਿਆਦਾ ਸੀ ਰੱਖਦੇ ਹੀ ਕੋਈ ਨਹੀਂ। ਇਹ ਦਰਦ ਵਾਲਾ ਵੀ ਹੈ ਜਿਹੜਾ ਐਂਡ ਤੇ ਤੁਹਾਨੂੰ ਦੱਸਿਆ ਵੇ। ਅੱਛਾ, ਉਹ ਦਰਦ ਵਾਸਤੇ ਵੀ ਇਸਤੇਮਾਲ ਹੋ ਸਕਦਾ? ਵਾਸਤੇ ਵੀ ਇਸਤੇਮਾਲ ਹੁੰਦਾ ਹੈ। ਕਿਸੇ ਕਿਸਮ ਦੀ ਕੋਈ ਦਰਦ ਨਿਕਲੀ ਹੋਵੇ, ਸੋਜੰਗ ਪਈ ਹੋਵੇ, ਬੁਖਾਰ ਹੋਵੇ, ਨਮੂਨੀਆ ਹੋਵੇ, ਖੰਘ ਰੇਸ਼ਾ ਹੋਵੇ, ਇਹ ਅਲਹਮਦੁਲਿਲਾ ਬਿਲਕੁਲ ਕਲੀਅਰ ਕਰ ਛੜੇ। ਭਾਈ ਤੁਸੀਂ ਜ਼ਿਕਰ ਕੀਤਾ ਹੈ ਤੁਸੀਂ ਇਸ ਤੋਂ ਪਹਿਲੇ ਫਰੂਟ ਦਾ ਕੰਮ ਵੀ ਕਰਦੇ ਰਹੇ ਹੋ। ਜੀ ਅਲਹਮਦੁਲਿਲਾ ਫਰੂਟ ਦਾ ਕੰਮ ਕੀਤਾ ਵੇ, ਨਾ ਕਦੀ ਝੂਠ ਬੋਲਿਆ ਸੀ ਤੇ ਨਾ ਕਦੀ ਕਿਸੇ ਨਾਲ ਦਾਲ ਆਇਆ ਤੇ ਨਾ ਕਿਸੇ ਨੂੰ ਦਾਗੀ ਸ਼ੈ ਪਾ ਕੇ ਦਿੱਤੀ ਸੀ। ਅੱਲਾਹ ਪਾਕ ਨੇ ਇੰਨੀ ਬਰਕਤ ਪਾਈ ਹੈ, ਅੱਜ ਬੱਕਰੀਆਂ ਸਾਡੇ ਕੋਲ 80-80 ਹਜ਼ਾਰ ਲੱਖ ਵਾਲੀਆਂ ਬਣ ਗਈਆਂ ਨੇ ਅਲਹਮਦੁਲਿਲਾ। ਦੋਸਤ ਤੇ ਕਹਿੰਦੇ ਨੇ ਜਿਹੜੇ ਫਰੂਟ ਵਾਲੇ ਨੇ ਉਹ ਵੀ ਬੜੀ ਕਮਾਈ ਕਰਦੇ ਨੇ, ਫਿਰ ਕੀ ਵਜ੍ਹਾ ਬਣੀ ਕਿ ਤੁਸੀਂ ਉਹ ਕੰਮ ਛੱਡ ਕੇ ਇਹ ਬੱਕਰੀਆਂ ਵਾਲਾ ਕੰਮ ਸ਼ੁਰੂ ਕਰ ਲਿਆ? ਭਾਈਜਾਨ ਗੱਲ ਇਹ ਵੇ ਕਿ ਸਾਡੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਸੁਨਨਤ ਮੁਬਾਰਕ ਹੈ, ਬਾਜ਼ਾਰ ਦੇ ਵਿੱਚ ਬਹਿ ਕੇ ਅੱਖ ਨੂੰ ਪਾਕ ਰੱਖਣਾ ਬੜੀ ਵੱਡੀ ਗੱਲ ਹੈ। ਇਹ ਜਿਹੜਾ ਕੰਮ ਹੈ ਜੰਗਲੀ ਕੰਮ ਹੈ ਔਰ ਪੈਸੇ ਵਾਲਾ ਕੰਮ ਹੈ। ਤੁਸੀਂ ਕਿਤਲੇ ਵੀ ਬਹਿ ਕੇ ਕੰਮ ਸ਼ੁਰੂ ਕਰ ਲਵੋ, ਤੁਹਾਡੀ ਨਿਗਾਹ ਵੀ ਪਾਕ ਰਵੇ, ਦੀ ਦਿਹਾੜੀ ਦਰੂਦ ਸ਼ਰੀਫ ਪੜ੍ਹਦੇ ਰਹੋ ਤੇ ਅੱਲਾਹ ਤਾਲਾ ਬੱਕਰੀਆਂ ਇਜ਼ਾਫਾ ਕਰਦਾ ਜਾਏਗਾ। ਮਾਸ਼ਾਅੱਲਾ ਜੀ ਮਾਸ਼ਾਅੱਲਾ। ਤੇ ਸਾਲ ਦੇ ਵਿੱਚ 12 ਮਹੀਨੇ ਨੇ, ਸਿਰਫ 12 ਬੱਕਰੀਆਂ ਹੋਣ, ਜ਼ਿਆਦਾ ਨਹੀਂ, 13 ਕਰ ਲਓ। ਇੱਕ ਬੱਕਰੀ ਦੇ ਜਾ ਜਿਹੜੇ ਨੇ ਅੱਲਾਹ ਤਾਲਾ ਦੇ ਰਾਹ ਵਿੱਚ ਦਿਓ, ਲੇਲੀ ਹੋਵੇ ਕਿਸੇ ਮਾੜੇ ਬੰਦੇ ਨੂੰ ਸਾਲ ਬਾਅਦ ਸਦਕਾ ਦਿਓ, ਔਰ ਜਿਹੜਾ ਲੇਲਾ ਹੋਵੇ ਖੁਦ ਕੁਰਬਾਨੀ ਕਰੋ। ਤੇ ਜਿਹੜਾ 12 ਬੱਕਰੀਆਂ ਤੁਹਾਡੇ ਕੋਲ ਬਚਣ ਦੀਆਂ, ਉਹਨਾਂ ਦਾ ਤੁਸੀਂ ਵੇਚ ਕੇ ਆਪਣੇ ਘਰ ਦਾ ਬਿਹਤਰੀਨ ਸਰਕਟ ਚਲਾਓ ਦੇ ਤਕਰੀਬਨ 50 ਤੋਂ 60 ਹਜ਼ਾਰ ਰੁਪਇਆ ਤੁਹਾਡੀ ਮਹੀਨੇ ਦੀ ਐਵਰੇਜ ਹੋਵੇ ਦੀ। ਯਾਨੀ ਕਿ 12 ਰੱਖੀਆਂ ਹੁਣ ਜੀ, ਐਵਰੇਜ ਮਹੀਨੇ ਨੇ ਤੇ 12 ਬੱਕਰੀਆਂ। ਠੀਕ ਹੈ। ਤੇ ਉਂਝ ਮੌਲਾ ਅਲੀ ਪਾਕ ਦਾ ਫਰਮਾਨ ਹੈ, ਜਿਸ ਬੰਦੇ ਕੋਲ 21 ਬੱਕਰੀਆਂ ਨੇ ਉਹ ਕਦੀ ਵੀ ਭੁੱਖਾ ਨਹੀਂ ਮਾਰ ਸਕਦਾ। ਬੇਸ਼ੱਕ ਜੀ ਬੇਸ਼ੱਕ, ਇਹ ਸੁਨਨਤ ਕੰਮ ਹੈ, ਬਰਕਤ ਵਾਲਾ ਕੰਮ ਹੈ। ਮਾਸ਼ਾਅੱਲਾ ਬੜੀ ਸੋਹਣੀ ਗੁਫ਼ਤਗੂ ਕਰਦੇ ਹੋ ਪਏ। ਜਿਹੜੇ ਨਵੇਂ ਦੋਸਤ ਇਹ ਕੰਮ ਕਰਨਾ ਚਾਹੁੰਦੇ ਨੇ ਉਹ ਇਸ ਕੰਮ 'ਚ ਕਿੰਜ ਕਾਮਯਾਬ ਹੋ ਸਕਦੇ ਨੇ, ਕਿਸ ਤਰੀਕੇ ਨਾਲ ਕੰਮ ਕਰਨ? ਇਹ ਭਾਈਜਾਨ ਇਸ ਤਰ੍ਹਾਂ ਕਾਮਯਾਬ ਹੋ ਸਕਦੇ ਨੇ, ਕਿਸੇ ਆਪਣੇ ਨਜ਼ਦੀਕ ਕੋਈ ਆਜੜੀ ਦੇ ਨਾਲ ਮਸ਼ਵਰਾ ਕਰਨ ਔਰ ਆਪਣੇ ਇਲਾਕੇ ਦਾ ਮਾਲ ਖਰੀਦਣ। ਠੀਕ ਹੈ। ਆਪਣੇ ਇਲਾਕੇ ਦਾ ਮਾਲ ਖਰੀਦਣ ਤਾਂ ਕਿ ਇਹ ਬੱਕਰੀਆਂ ਨੂੰ ਕੋਈ ਬਿਮਾਰੀ ਜਾਂ ਮਰਨ ਨਾ, ਪਾਣੀ ਦਾ ਨਾ ਮਸਲਾ ਬਣੇ, ਤਾਂ ਕਿ ਇਹਨਾਂ ਨੁਕਸਾਨ ਨਾ ਹੋਵੇ। ਯਾਨੀ ਆਪਣੇ ਇਲਾਕੇ ਦੀ ਨਸਲ ਬਿਹਤਰ ਹੁੰਦੀ ਹੈ, ਬਿਹਤਰੀਨ ਹੁੰਦੀ ਹੈ, ਔਰ ਆਪਣੇ ਇਲਾਕੇ ਵਿੱਚ ਇਹਨਾਂ ਦੇ ਪੈਸੇ ਵੀ ਅੱਛੇ ਲੱਭਦੇ ਨੇ, ਮਿਲਦੇ ਨੇ। ਸਰ ਇਸ ਕੰਮ 'ਚ ਜਿਹੜੀ ਮਿਹਨਤ ਹੈ ਉਹ ਕਿਹੜੀ ਹੈ ਤੇ ਇਸ ਕੰਮ 'ਚ ਖਰਚ ਕੀ ਹੈ? ਇਸ ਕੰਮ ਦੇ ਵਿੱਚ ਮਿਹਨਤ ਇਹ ਹੀ ਹੈ, ਮਾਲ ਨੂੰ ਸਿਰਫ 7-8 ਘੰਟੇ ਖੋਲੋ, ਉਸ ਤੋਂ ਬਾਅਦ ਤੁਸੀਂ ਆਜ਼ਾਦ ਹੋ 16 ਘੰਟੇ, ਔਰ ਇਹਨਾਂ ਤੁਸੀਂ ਕੱਖ ਵੀ ਨਹੀਂ ਕਰਨਾ ਹੈ। ਸ਼ਾਮੀ ਅਗਰ ਬੱਕਰੀ ਕੋ ਸੂਣ ਵਾਲੀ ਉਹਨੂੰ ਤੇਲ ਛਿਲ ਦਿਓ,
ਅਗਰ ਕੋਈ ਬੱਕਰੀ ਨਹੀਂ ਸੂਣ ਵਾਲੀ ਹੈ ਉਹਨਾਂ ਜਾ ਕੇ ਇੰਜੇ ਡੱਕ ਦਿਓ 4 ਤੋਂ 5 ਮਹੀਨੇ 6 ਮਹੀਨੇ ਬੱਚਿਆਂ ਦੁੱਧ ਪਿਆਓ ਉਸ ਤੋਂ ਬਾਅਦ ਤੁਸੀਂ ਦੁੱਧ ਵੇਚ ਵੀ ਸਕਦੇ ਹੋ ਯਾਨੀ ਕਿ ਦੁੱਧ 4-5 ਮਹੀਨੇ ਲਾਜ਼ਮੀ ਪਿਲਾਣਾ ਲਾਜ਼ਮੀ ਪਿਆਣਾ ਤੇ ਜਿਹੜੇ ਛੋਟੇ ਜਾ ਸੇਲ ਕਰਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹ ਜ਼ਿਆਦਤੀ ਕਰਦੇ ਨੇ ਤਾਂ ਕਿ ਅੱਗੇ ਜਾ ਕੇ ਜਾਓ ਮਰ ਜਾਂਦੇ ਨੇ ਤੇ ਉਹ ਆਪਣੇ ਦਿਲੋਂ ਇਹ ਸਮਝਦੇ ਨੇ ਕਿ ਅਸੀਂ ਜਾ ਦੇ ਵੀ ਪੈਸੇ ਵੱਟ ਲਏ ਨੇ ਤੇ ਦੁੱਧ ਵੀ ਵੇਚ ਰਹੇ ਆ ਹਕੀਕਤ ਵਿੱਚ ਉਹ ਘਾਟੇ ਵਿੱਚ ਰਹਿੰਦੇ ਨੇ ਜਿੰਨਾ ਦੁੱਧ ਪੀਵੇ ਦਾ ਦੁੱਧ ਪੀ ਕੇ ਦੁੱਧ ਵੇਚਣ ਨਾਲ ਜ਼ਿਆਦਾ ਪੈਸੇ ਦੇ ਕੇ ਜਾਣਦੇ ਯਾਨੀ ਕਿ ਜਾ ਪਾਲੋ ਤੇ ਜ਼ਿਆਦਾ ਪੈਸੇ ਕਮਾਓ ਜ਼ਿਆਦਾ ਪੈਸੇ ਦੇਣਗੇ ਠੀਕ ਹੈ ਤੇ ਫਿਰ ਇਹਦਾ ਮਤਲਬ ਹੈ ਕਿ ਤੁਹਾਡੀ ਮਿਹਨਤ ਹੀ ਹੈ ਤੇ ਇਸ ਕੰਮ 'ਚ ਖਰਚਾ ਫਿਰ ਘੱਟ ਹੀ ਹੈ ਖਰਚਾ ਕੋਈ ਨਹੀਂ ਹੈ ਸਿਰਫ ਚਗਾਣਾ ਹੀ ਹੈ ਮਾਲ ਤੁਸੀਂ ਤੇ ਉਸ ਤੋਂ ਬਾਅਦ ਅਗਰ ਕਿਸੇ ਲੋਕਾਂ ਦੀਆਂ ਤੁਸੀਂ ਟਾਹਣੀਆਂ ਪੁੱਛੇ ਬਗੈਰ ਲਾਂਦੇ ਹੋ ਤੁਸੀਂ ਥਲਿਓ ਲਾਓ ਤਾਂ ਕਿ ਦਰਖਤ ਖੂਬਸੂਰਤ ਹੋ ਜੇ ਤੁਹਾਨੂੰ ਗੁਨਾਹ ਵੀ ਨਹੀਂ ਲੱਭਣ ਲੱਗਾ ਜ਼ਿਮੀਂਦਾਰ ਵੇਖ ਕੇ ਖੁਸ਼ ਹੋ ਜਾਏਗਾ ਕਿਸੇ ਬੰਦੇ ਦਾ ਬੂਟਾ ਖਰਾਬ ਨਹੀਂ ਕਰਨਾ ਹੈ ਉਤੋਂ ਨਹੀਂ ਛਾਂਗਣਾ ਹੈ ਥਲਿਓ ਛਾਂਗੋ ਤਾਂ ਕਿ ਅਗਲਾ ਵੇਖ ਕੇ ਖੁਸ਼ ਹੋਵੇ ਤੁਹਾਨੂੰ ਗੁਨਾਹ ਵੀ ਨਹੀਂ ਲੱਭਣ ਲੱਗਾ ਤੇ ਸਰ ਇਹ ਜਿਹੜੀ ਨਸਲ ਤੁਹਾਡੇ ਕੋਲੇ ਗੁਜਰਾਤ ਦੀ ਇਹਦੀਆਂ ਕੋਈ ਖੂਬੀਆਂ ਦਾ ਛੜੋ ਚਾਹੁੰਦੇ ਕਿ ਇਹ ਨਸਲ 'ਚ ਕੀ ਵਾਧਾ ਹੈ ਇਹਦੇ ਵਿੱਚ ਭਾਈਜਾਨ ਨੇ ਵਾਧਾ ਵੇ ਕਿ ਪੂਰੇ ਪਾਕਿਸਤਾਨ ਵਿੱਚ ਮੋਟੀਆਂ ਵੀ ਬੱਕਰੀਆਂ ਹੁੰਦੀਆਂ ਨੇ ਜੀ ਉਸ ਤੋਂ ਬਾਅਦ ਤਕਰੀਬਨ ਦੁੱਧ 3 ਤੋਂ 4 ਕਿਲੋ ਨਾਰਮਲ ਦੇ ਛੱਡਦੀਆਂ ਨੇ ਇਸ ਤੋਂ ਜਿਹੜਾ ਜ਼ਿਆਦਾ ਦੇਣੀਆਂ ਨੇ ਉਹ ਲੋਕ ਝੂਠ ਬੋਲਦੇ ਨੇ ਯਾਨੀ 3-4 ਕਿਲੋ ਹਕੀਕਤ ਹੈ ਹਕੀਕਤ ਇਹਦੇ ਝੂਠ ਕੋਈ ਨਹੀਂ ਠੀਕ ਹੈ ਜੀ ਉਹ ਕੁਦਰਤੀ ਹੁੰਦਾ ਜਾਂ ਕਿ ਖੁਰਾਕ ਦੇ ਸਿਰ ਤੇ ਹੁੰਦਾ ਹੈ ਇਹ ਤਕਰੀਬਨ ਬਾਹਰ ਚੋਕ ਕੇ ਆਏ ਨਾ 2.5-3 ਕਿਲੋ ਦੇ ਦਿੰਦੀ ਹੈ ਅਗਰ ਤੁਸੀਂ ਦੁੱਧ ਕਿਲੋ ਜਾਂ ਅੱਧਾ ਕਿਲੋ ਹੋਰ ਵਧਾਉਣਾ ਚਾਹੁੰਦੇ ਹੋ ਫਿਰ ਇਹਨਾਂ ਨੂੰ ਅੱਧਾ ਕਿਲੋ ਜਾਂ ਕਿਲੋ ਕਣਕ ਪਾਓ ਕਣਕ ਦਾ ਸੀਜ਼ਨ ਵਿੱਚ ਲਈ ਹੋਵੇ ਤੁਹਾਨੂੰ 40 ਰੁਪਏ ਕਿਲੋ ਪੈਂਦੀ ਹੈ ਤੇ ਦੁੱਧ ਤੁਹਾਨੂੰ ਕਿਲੋ ਵੱਧ ਲੱਭ ਜੇ 100 ਰੁਪਏ ਕਿਲੋ 60 ਰੁਪਏ ਦਾ ਫਾਇਦਾ ਹੀ ਹੋਏਗਾ ਬੜੀ ਸੋਹਣੀ ਵੰਡ ਕੱਢੀ ਜੇ ਮਾਸ਼ਾਅੱਲਾ ਕਾਫੀ ਇਨਫੋਰਮੇਸ਼ਨ ਦਿੱਤੀ ਹੈ ਅੱਜ ਕੱਲ ਸਰਦੀ ਦਾ ਮੌਸਮ ਹੈ ਜੀ। ਸਰਦੀ 'ਚ ਵੀ ਸਿਰਫ ਚਾਰਨਾ ਜਾਂ ਕਿ ਘਰ ਜਾ ਕੇ ਕੋਈ ਦਾਣੇ ਜਾਂ ਕੋਈ ਵੰਡਾ ਵੀ ਪਾਣਾ ਹੈ ਜਿਹੜੀਆਂ ਬੱਕਰੀਆਂ ਨੂੰ ਤਕਰੀਬਨ 3 ਮਹੀਨੇ ਗੁਜ਼ਰ ਗਏ ਨੇ ਉਹਨਾਂ ਨੂੰ ਸਿਰਫ ਕਣਕ ਪਾਈ ਦੀ ਹੈ ਦੂਜੀਆਂ ਨੂੰ ਬਿਲਕੁਲ ਪੁੱਛੀਦਾ ਵੀ ਨਹੀਂ ਜਾ ਕੇ ਠੀਕ ਹੈ ਇਹਨਾਂ ਨੂੰ ਕਿੱਕਰ ਔਰ ਬੇਰੀ ਪਾਈ ਦੀ ਹੈ ਤਾਂ ਕਿ ਪਿਸ਼ਾਬ ਜ਼ਿਆਦਾ ਨਾ ਕਰਨ ਵਾੜਾ ਖੁਸ਼ਕ ਰਵੇ ਇਹਨਾਂ ਨੂੰ ਸਰਦੀ ਕੋ ਨਹੀਂ ਲੱਗਦੀ ਭਾਵੇਂ ਪੋਹ ਦੇ ਵਿੱਚ ਹੀ ਬਾਹਰ ਬੈਠੀਆਂ ਰਹਿਣ ਮਾਸ਼ਾਅੱਲਾ ਸਰ ਤੁਸੀਂ ਬੜੀ ਸੋਹਣੀ ਤੇ ਕੀਮਤੀ ਗੁਫ਼ਤਗੂ ਕੀਤੀ ਹੈ ਜਿਹੜੇ ਦੋਸਤ ਇਹ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਵਾਸਤੇ ਕੋਈ ਅੱਛਾ ਜਿਹਾ ਮੁਹਲਸ ਮਸ਼ਵਰਾ ਅਸੀਂ ਨੰਬਰ ਆਪਣਾ ਲਿਖਾਉਂਦੇ ਆ ਜਿਸ ਵੇਲੇ ਆਖਣ ਅਸੀਂ ਅਲਹਮਦੁਲਿਲਾ ਹਾਜ਼ਰ ਹਾਂ ਉਹਨਾਂ ਨੂੰ ਸਾਰੇ ਮਸ਼ਵਰੇ ਦੱਸਾਂਦੇ ਘਾਟਾ ਉਹਨਾਂ ਨੂੰ ਇਨਸ਼ਾਅੱਲਾ ਨਹੀਂ ਪੈਣ ਲੱਗਾ ਜ਼ਿੰਦਾਬਾਦ ਜਨਾਬ ਦਾ ਕੀ ਨੰਬਰ ਹੈ ਮੇਰਾ ਨੰਬਰ ਜੇ 0344 2753 825 ਅਦੇ ਤਾਂ WhatsApp ਹੈ ਵੇ ਨਹੀਂ WhatsApp ਕੋਈ ਨਹੀਂ ਮੇਰਾ ਸਾਦਾ ਮੋਬਾਈਲ ਜੇ ਠੀਕ ਹੈ ਜੀ WhatsApp ਵਾਲਾ ਨਹੀਂ ਹੈ ਕੋਈ ਨਹੀਂ ਸਾਡੇ ਜਿਹੜੇ ਉਸਤਾਦ ਨੇ ਮੁਫਤੀ ਫਜ਼ਲ ਅਹਿਮਦ ਚਿਸ਼ਤੀ ਸਾਹਿਬ ਉਹਨਾਂ ਨੇ ਸਸਤੀ ਦੇ ਨਾਮ ਮਨਾ ਕੀਤੇ ਆ ਟੱਚ ਮੋਬਾਈਲ ਨਹੀਂ ਤਾਂ ਕਿ ਉਹਦੇ ਵਿੱਚ ਬੇਹਜਾਈ ਔਰ ਬਗੈਰਤੀ ਹੈ ਜੀ ਸਰ ਬਿਲਕੁਲ ਜੀ ਗੱਲ ਹੈ ਤੁਹਾਡਾ ਸਰ ਬਹੁਤ ਸ਼ੁਕਰੀਆ ਤੁਸੀਂ ਆਪਣਾ ਕੀਮਤੀ ਵਕਤ ਦਿੱਤਾ ਬੜੀ ਸੋਹਣੀ ਤੇ ਉਮਦਾ ਗੁਫ਼ਤਗੂ ਕੀਤੀ ਹੈ ਅੱਲਾਹ ਦੀ ਜ਼ਾਤ ਤੁਹਾਡੇ ਕਾਰੋਬਾਰ 'ਚ ਵੀ ਮਜ਼ੀਦ ਇਜ਼ਾਫਾ ਤਾ ਫਰਮਾਏ ਅੱਲਾਹ ਹਾਫਿਜ਼ ਅੱਲਾਹ ਹਾਫਿਜ਼